ਅਮਰੀਕਾ ਦਾ ਜਿਹੜਾ ਇੱਕ ਡਿਪਾਰਟਮੈਂਟ ਹੈਗਾ ਜਿਹੜਾ ਰਿਪੋਰਟ ਸ਼ਾਇਰ ਕਰਦਾ ਧਾਰਮਿਕ ਆਜ਼ਾਦੀਆਂ ਦੀ ਜਿਹੜੀ ਆ ਯੂਨਾਈਟਿਡ ਸਟੇਟਸ ਕਮਿਸ਼ਨ ਉਹਦੀ 2025 ਦੀ ਰਿਪੋਰਟ ਜਿਹੜੀ ਉਹ ਸਾਹਮਣੇ ਆਈ ਹੈ ਜਿਹਦੇ ਵਿੱਚ ਹਿੰਦੁਸਤਾਨ ਦੇ ਉੱਤੇ ਜਿਹੜੀ ਬੜੀ ਉਹਦੀ ਮੋਨੀਟਰਿੰਗ ਤੇ ਰੱਖਿਆ ਜਾਣ ਦੀ ਉਹਨੇ ਜਿਹੜੇ ਕਿਹਾ ਹੋਇਆ। ਇਸ ਕਮਿਸ਼ਨ ਦਾ ਪਰਪਸ ਇਹ ਆ ਮੋਨੀਟਰ ਕੀਤਾ ਜਾਏ ਕਿ ਦੇਸ਼ਾਂ ਦੇ ਵਿੱਚ ਕਿਸ ਤਰ੍ਹਾਂ ਕਿ ਜਿਹੜੇ ਘੱਟ ਗਿਣਤੀ ਵਾਲੇ ਲੋਕ ਨੇ ਜਾਂ ਜਿਹੜੇ ਕਿ ਹੋਰ ਧਰਮ ਨੇ ਉਹਨਾਂ ਤੇ ਕਿਸ ਤਰ੍ਹਾਂ ਭੇਦ ਭਾਵ ਤੇ ਵਿਤਕਰਾ ਜਿਹੜਾ ਵਾ ਉਹ ਕੀਤਾ ਜਾ ਰਿਹਾ ਵਾ। ਇਸ ਰਿਪੋਰਟ ਦੱਸਿਆ ਗਿਆ ਵਾ ਕਿ ਇੰਡੀਆ ਨੇ ਕੁਝ ਇਹੋ ਜਿਹੇ ਕਾਨੂੰਨ ਬਣਾਏ ਹੋਏ ਨੇ ਜਿਨ੍ਹਾਂ ਦੇ ਅਧੀਨ ਲੋਕਾਂ ਦੀ ਧਾਰਮਿਕ ਆਜ਼ਾਦੀ ਉੱਤੇ ਹਮਲੇ ਕੀਤੇ ਜਾਂਦੇ ਨੇ ਤੇ ਉਹਨਾਂ ਨੂੰ ਧਾਰਮਿਕ ਆਜ਼ਾਦੀ ਜਿਹੜੀ ਆ ਉਹ ਨਹੀਂ ਮਿਲਦੀ। ਉਹ ਕਾਨੂੰਨ ਹੈਗੇ ਨੇ ਯੂਆਪਾ ਅਨਲੌਫੁਲ ਐਕਟੀਵਿਟੀਜ਼ ਪ੍ਰੀਵੈਂਸ਼ਨ ਐਕਟ, ਲੋਕੀ ਅੰਦਰ ਕੀਤੇ ਜਾਂਦੇ ਨੇ ਤੇ ਉਹਨਾਂ ਨੂੰ ਕਾਨੂੰਨ ਦੀ ਸਹਾਇਤਾ ਨਹੀਂ ਮਿਲਦੀ। FCRA ਫੋਰਨ ਕੰਟਰੀਬਿਊਸ਼ਨ ਰੈਗੂਲੇਸ਼ਨ ਐਕਟ ਦਾ ਮਤਲਬ ਇਹ ਆ ਵੀ ਜਿਹੜੀਆਂ ਵੀ ਆਰਗੇਨਾਈਜੇਸ਼ਨ ਇੰਡੀਆ 'ਚ ਪੈਸੇ ਭੇਜਦੀਆਂ ਨੇ ਉਹਨਾਂ ਤੇ ਪਾਬੰਦੀ ਜਿਹੜੀ ਆ ਉਹ ਲਾਈ ਜਾਂਦੀ ਆ। ਬਾਕੀ ਕਿ ਹੋਰ ਜਿਹੜੀਆਂ ਕਿ ਧਰਮਾਂ ਦੀਆਂ ਜਿਹੜੀਆਂ ਆਰਗੇਨਾਈਜੇਸ਼ਨ ਨੇ ਜਿਹੜੇ ਇੰਡੀਆ ਪੈਸੇ ਭੇਜਦੀਆਂ ਨੇ ਉਹਨਾਂ ਤੇ ਨਹੀਂ, ਪਰ ਜਿਹੜੀਆਂ ਮਿਨੋਰਿਟੀਜ਼ ਨੇ ਜਦੋਂ ਉਹ ਆਪਣੇ ਲੋਕਾਂ ਦੀ ਮਦਦ ਵਾਸਤੇ ਪੈਸੇ ਭੇਜਦੇ ਆ ਤੇ ਉਹਨਾਂ ਤੇ ਪਾਬੰਦੀ ਜਿਹੜੀ ਆ ਲਾਈ ਜਾਂਦੀ ਆ। ਸਿਟੀਜ਼ਨ ਅਮੈਂਡਮੈਂਟ ਐਕਟ ਤੁਹਾਨੂੰ ਪਤਾ ਜਿਹੜਾ ਕਸ਼ਮੀਰ 'ਚ ਲੱਗਾ ਸੀ ਉਹਦੇ ਥੱਲੇ ਵੀ ਡਿਸਕ੍ਰਿਮੀਨੇਸ਼ਨ ਕੀਤੀ ਜਾਂਦੀ ਆ। ਕੰਟਰੀ ਆਫ ਪਾਰਟਿਕੂਲਰ ਕੰਸਰਨ ਉਹ ਦੇਸ਼ਾਂ ਦੇ ਵਿੱਚ ਇੰਡੀਆ ਆ ਗਿਆ ਵਾ ਜਿਨ੍ਹਾਂ ਦੇਸ਼ਾਂ ਦੇ ਵਿੱਚ ਬਹੁਤ ਜ਼ਿਆਦਾ ਵਾਇਓਲੇਸ਼ਨ ਹੋ ਰਹੀ ਹੈ ਧਾਰਮਿਕ ਆਜ਼ਾਦੀ ਦੇ ਬਾਰੇ ਵਿੱਚ। ਟ੍ਰਾਂਸਨੈਸ਼ਨਲ ਰਿਪਰੈਸ਼ਨ ਦੀ ਰਿਪੋਰਟਿੰਗ ਦਾ ਕਾਨੂੰਨ ਤੁਸੀਂ ਕਿਹਾ ਬਣਿਆ ਵੀ ਸੀ, ਬਣਾਉਣ ਦੀ ਵੀ ਕੋਸ਼ਿਸ਼ ਕੀਤੀ ਹੈ ਤੇ ਕੈਲੀਫੋਰਨੀਆ ਦੇ ਵਿੱਚ ਵੀ ਇੱਕ ਅਟੈਂਪਟ ਹੋਈ ਸੀ। ਕਿੰਨਾ ਜ਼ਰੂਰੀ ਹੈਗਾ ਕਿ ਟ੍ਰਾਂਸਨੈਸ਼ਨਲ ਰਿਪਰੈਸ਼ਨ ਰਿਪੋਰਟਿੰਗ ਦਾ ਇੱਕ ਜਿਹੜਾ ਕਾਨੂੰਨ ਬਣੇ ਫੌਰੀ ਤੌਰ ਦੇ ਉੱਤੇ ਜਿਹੜਾ ਰਿਪੋਰਟਿੰਗ ਹੋਵੇ ਤੇ ਉਹਦਾ ਜਿਹੜਾ ਸੀ ਆਪਣਾ ਉਹ ਹੱਲ ਕੱਢੇ ਕੋਈ। ਜਿਹੜੀ ਇਹ ਏਜੰਸੀ ਆ ਜਿਹਦਾ ਕੰਮ ਹੀ ਇਹ ਆ ਕਿ ਟ੍ਰਾਂਸਨੈਸ਼ਨਲ ਰਿਪਰੈਸ਼ਨ ਹੋ ਰਹੀ ਆ ਤੇ ਗਵਰਨਮੈਂਟ ਨੂੰ ਕਿਸ ਤਰ੍ਹਾਂ ਪਤਾ ਲੱਗੇਗਾ, ਸੋ ਉਹਨੂੰ ਦੱਸਿਆ ਜਾਵੇ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੂੰ ਪਤਾ ਹੋਏਗਾ ਵੀ ਕਿਸ ਤਰ੍ਹਾਂ ਜਿਹੜੀ ਆ ਟ੍ਰਾਂਸਨੈਸ਼ਨਲ ਅਸੈਸੀਨੇਸ਼ਨ ਰਿਪਰੈਸ਼ਨ ਹੋ ਰਹੀ ਆ ਐਂਡ ਦੇ ਵਿਲ ਟੇਕ ਐਕਸ਼ਨ। ਸੋ ਇਹ ਬਹੁਤ ਜ਼ਿਆਦਾ ਜ਼ਰੂਰੀ ਆ। ਲੋ ਜੀ, ਮੈਂ ਤੁਹਾਡਾ ਮਿੱਤਰ ਜਬਾਰ ਚੌਧਰੀ ਤੇ ਮੇਰੇ ਨਾਲ ਆਪਣਾ ਕੌਂਸਲ ਫਾਰ ਖਾਲਿਸਤਾਨ ਦੇ ਪ੍ਰੈਜ਼ੀਡੈਂਟ ਤੇ ਕੋ-ਫਾਊਂਡਰ 6 ਫਾਰ ਜਸਟਿਸ ਦੇ ਆਪਣਾ ਜਿਹੜੇ ਨੇ ਡਾਕਟਰ ਬਖਸ਼ੀਸ਼ ਸਿੰਘ ਸੰਧੂ ਹੋਰੀ ਆ ਗਏ ਨੇ। ਇਹ ਸਾਡੇ ਨਾਲ ਬਹੁਤ ਵਧੀਆ ਗੱਲਾਂ ਕਰਦੇ ਨੇ ਪੰਜਾਬ ਦੇ ਵਾਲੇ ਨਾਲ, ਪੰਜਾਬੀਅਤ ਦੇ ਵਾਲੇ ਦੇ ਨਾਲ, ਫਿਰ ਸਿੱਖਾਂ ਦੇ ਵਾਲੇ ਦੇ ਨਾਲ, ਫਿਰ ਸਾਡੇ ਜਿਹੜੇ ਰਾਈਟਸ ਦੇ ਸਾਡੇ ਜਿਹੜੇ ਪੰਜਾਬੀਆਂ ਨੂੰ ਕੀ ਕਰਨਾ ਚਾਹੀਦਾ ਉਹਨਾਂ ਦੇ ਨਾਲ। ਉਹਨਾਂ ਦੇ ਵਾਸਤੇ ਬੜਾ ਵਧੀਆ ਜਿਹੜਾ ਨਾ ਆਪਣਾ ਮੈਸੇਜ ਹੁੰਦਾ ਹਮੇਸ਼ਾ ਹੀ ਇਹਨਾਂ ਦਾ। ਪੰਜਾਬੀਆਂ ਦਾ ਬਹੁਤ ਦਰਦ ਰੱਖਦੇ ਨੇ। ਅੱਜ ਅਸੀਂ ਗੱਲ ਕਰਦੇ ਹਾਂ ਕਿ ਜਿਹੜਾ ਅਮਰੀਕਾ ਦਾ ਜਿਹੜਾ ਇੱਕ ਡਿਪਾਰਟਮੈਂਟ ਹੈਗਾ ਜਿਹੜਾ ਕਿ ਰਿਪੋਰਟ ਸ਼ਾਇਰ ਕਰਦਾ ਧਾਰਮਿਕ ਆਜ਼ਾਦੀਆਂ ਦੀ ਜਿਹੜੀ ਆਪਣਾ ਕੀ ਕਹਿੰਦੇ ਨੇ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम USCIRF ਉਹਦੀ 2025 ਦੀ ਰਿਪੋਰਟ ਜਿਹੜੀ ਉਹ ਸਾਹਮਣੇ ਆਈ ਹੈ ਜਿਹਦੇ ਵਿੱਚ ਹਿੰਦੁਸਤਾਨ ਦੇ ਉੱਤੇ ਜਿਹੜੀ ਬੜੀ ਕਹਿ ਲਓ ਕਿ ਉਹਦੀ ਮੋਨੀਟਰਿੰਗ ਤੇ ਰੱਖਿਆ ਜਾਣ ਦੀ ਉਹਨੇ ਜਿਹੜੇ ਕਿਹਾ ਹੋਇਆ। ਅੱਜ ਜਰਾ ਆਪਾਂ ਇਸ ਰਿਪੋਰਟ ਦੀ ਹਵਾਲੇ ਨਾਲ ਗੱਲ ਕਰਾਂਗੇ, ਡਾਕਟਰ ਸਾਹਿਬ ਕੋ ਸਮਝਾਂਗੇ। ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਤੇ ਸਾਨੂੰ ਜਰਾ ਦੱਸੋ ਖਾਂ ਰਿਪੋਰਟ 'ਚ ਕੀ ਲਿਖਿਆ ਗਿਆ ਤੇ ਹਿੰਦੁਸਤਾਨ ਦੇ ਬਾਰੇ ਕੀ ਕੰਸਰਨ ਸ਼ੋ ਕੀਤੇ ਨੇ ਅਮਰੀਕਾ ਨੇ। ਚੌਧਰੀ ਸਾਹਿਬ ਬਹੁਤ ਤੁਹਾਡਾ ਧੰਨਵਾਦ ਤੁਹਾਡੇ ਚੈਨਲ ਦਾ, ਆਪਣੇ ਦਰਸ਼ਕਾਂ ਦਾ। ਥੈਂਕ ਯੂ ਵੈਰੀ ਮਚ ਫਾਰ ਹੈਵਿੰਗ ਮੀ ਔਨ ਯੋਰ ਪ੍ਰੋਗਰਾਮ। ਹਾਂਜੀ, ਆਪਾਂ ਅੱਜ ਗੱਲ ਕਰਦੇ ਹਾਂ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम। ਇਹ ਇੱਕ ਕਮਿਸ਼ਨ ਹੈ ਅਮਰੀਕਾ ਦੇ ਵਿੱਚ, ਦੋਵਾਂ ਪਾਰਟੀਆਂ ਰਿਪਬਲਿਕਨ ਪਾਰਟੀ ਤੇ ਡੈਮੋਕ੍ਰੈਟਿਕ ਪਾਰਟੀ ਨੇ ਰਲ ਕੇ ਬਣਾਇਆ ਵਾ ਤੇ ਇਹ ਮਤਲਬ ਕਿ ਬਾਈ ਪਾਰਟੀਸ਼ਨ ਕਮਿਸ਼ਨ ਹੈ, ਪਰ ਇਹਦੀ ਕਿਸੇ ਨਾਲ ਫੇਵਰੇਟਿਜ਼ਮ ਨਹੀਂ ਹੁੰਦੀ। ਇਸ ਕਮਿਸ਼ਨ ਦਾ ਪਰਪਸ ਇਹ ਆ ਕਿ ਧਾਰਮਿਕ ਆਜ਼ਾਦੀ ਨੂੰ ਵੇਖਿਆ ਜਾਏ, ਮੋਨੀਟਰ ਕੀਤਾ ਜਾਏ ਕਿ ਦੇਸ਼ਾਂ ਦੇ ਵਿੱਚ ਕਿਸ ਤਰ੍ਹਾਂ ਕਿ ਜਿਹੜੇ ਘੱਟ ਗਿਣਤੀ ਵਾਲੇ ਲੋਕ ਨੇ ਜਾਂ ਜਿਹੜੇ ਕਿ ਹੋਰ ਧਰਮ ਨੇ ਉਹਨਾਂ ਤੇ ਕਿਸ ਤਰ੍ਹਾਂ ਭੇਦ ਭਾਵ ਤੇ ਵਿਤਕਰਾ ਜਿਹੜਾ ਵਾ ਉਹ ਕੀਤਾ ਜਾ ਰਿਹਾ ਵਾ। ਜਿਸ ਤਰ੍ਹਾਂ ਕਿ ਇਸ ਰਿਪੋਰਟ ਦੱਸਿਆ ਗਿਆ ਵਾ ਕਿ ਇੰਡੀਆ ਨੇ ਕੁਝ ਇਹੋ ਜਿਹੇ ਕਾਨੂੰਨ ਬਣਾਏ ਹੋਏ ਨੇ ਜਿਨ੍ਹਾਂ ਦੇ ਅਧੀਨ ਲੋਕਾਂ ਦੀ ਧਾਰਮਿਕ ਆਜ਼ਾਦੀ ਉੱਤੇ ਹਮਲੇ ਕੀਤੇ ਜਾਂਦੇ ਨੇ ਤੇ ਉਹਨਾਂ ਨੂੰ ਧਾਰਮਿਕ ਆਜ਼ਾਦੀ ਜਿਹੜੀ ਆ ਉਹ ਨਹੀਂ ਮਿਲਦੀ। ਉਹ ਕਾਨੂੰਨ ਹੈਗੇ ਨੇ ਯੂਆਪਾ ਅਨਲੌਫੁਲ ਐਕਟੀਵਿਟੀਜ਼ ਪ੍ਰੀਵੈਂਸ਼ਨ ਐਕਟ, ਜਿਹੜੀ ਕਿ ਆਪਾਂ ਕਈ ਵਾਰ ਉਹਦੇ ਬਾਰੇ ਗੱਲ ਕੀਤੀ ਹੈ ਵੀ ਲੋਕੀ ਅੰਦਰ ਕੀਤੇ ਜਾਂਦੇ ਨੇ ਤੇ ਉਹਨਾਂ ਨੂੰ ਕਾਨੂੰਨ ਦੀ ਸਹਾਇਤਾ ਨਹੀਂ ਮਿਲਦੀ। ਇਸੇ ਤਰ੍ਹਾਂ ਹੀ ਹੈਗਾ ਵਾ FCRA ਜਿਸ ਨੂੰ ਕਹਿੰਦੇ ਨੇ ਫੋਰਨ ਕੰਟਰੀਬਿਊਸ਼ਨ ਰੈਗੂਲੇਸ਼ਨ ਐਕਟ। ਫੋਰਨ ਕੰਟਰੀਬਿਊਸ਼ਨ ਰੈਗੂਲੇਸ਼ਨ ਐਕਟ ਦਾ ਮਤਲਬ ਇਹ ਆ ਵੀ ਜਿਹੜੀਆਂ ਵੀ ਆਰਗੇਨਾਈਜੇਸ਼ਨ ਇੰਡੀਆ 'ਚ ਪੈਸੇ ਭੇਜਦੀਆਂ ਨੇ ਉਹਨਾਂ ਤੇ ਪਾਬੰਦੀ ਜਿਹੜੀ ਆ ਉਹ ਲਾਈ ਜਾਂਦੀ ਆ। ਬਾਕੀ ਕਿ ਹੋਰ ਜਿਹੜੀਆਂ ਕਿ ਧਰਮਾਂ ਦੀਆਂ ਜਿਹੜੀਆਂ ਆਰਗੇਨਾਈਜੇਸ਼ਨ ਨੇ ਜਿਹੜੇ ਇੰਡੀਆ ਪੈਸੇ ਭੇਜਦੀਆਂ ਨੇ ਉਹਨਾਂ ਤੇ ਨਹੀਂ, ਪਰ ਜਿਹੜੀਆਂ ਮਿਨੋਰਿਟੀਜ਼ ਨੇ ਜਦੋਂ ਉਹ ਆਪਣੇ ਲੋਕਾਂ ਦੀ ਮਦਦ ਵਾਸਤੇ ਪੈਸੇ ਭੇਜਦੇ ਆ ਤੇ ਉਹਨਾਂ ਤੇ ਪਾਬੰਦੀ ਜਿਹੜੀ ਆ ਲਾਈ ਜਾਂਦੀ ਆ। ਉਹਨਾਂ ਦੇ ਮਤਲਬ ਕੋਈ ਬਾਹਰ ਬੈਠਾ ਬੰਦਾ RSS ਨੂੰ ਪੈਸੇ ਭੇਜਣਾ ਚਾਹੁੰਦਾ, ਆਜ਼ਾਦੀ ਹੈ, ਪਰ ਕੋਈ ਅਗਰ ਕੋਈ ਸਿੱਖਾਂ ਦਾ ਕੋਈ ਆਪਣਾ ਕੋਈ ਪੰਜਾਬੀਆਂ ਵਾਸਤੇ ਕੋਈ ਭਲੇ ਦਾ ਕੰਮ ਕਰਨਾ ਚਾਹੁੰਦਾ, ਕਿਸੇ ਦੀ ਭਾਵੇਂ ਐਜੂਕੇਸ਼ਨ ਤੇ ਕਰਨਾ ਚਾਹਵੇ, ਉਹ ਤੂੰ ਉਹਦੇ ਤੇ ਮੋਨੀਟਰਿੰਗ ਹੋ ਜਾਏਗੀ। ਇਸ ਤਰ੍ਹਾਂ ਹੀ ਉਹ ਵੀ ਕ੍ਰਿਸਚੀਅਨ ਜਿਹੜੇ ਨੇ ਉਹ ਜਾਂ ਜਿਹੜੇ ਕਿ
ਸਾਡੇ ਮੁਸਲਿਮ ਭੈਣ ਭਰਾ ਨੇ ਉਹਨਾਂ ਤੇ ਵੀ ਜਿਹੜੀ ਆ ਉਹਨਾਂ ਤੇ ਜ਼ਿਆਦਾ ਸਖਤੀ ਲਾਈ ਜਾਂਦੀ ਹੈ। ਇਸੇ ਤਰ੍ਹਾਂ ਹੀ ਇਹਨਾਂ ਨੇ ਬਣਾਇਆ ਸੀ ਇੱਕ CAA ਸਿਟੀਜ਼ਨ ਅਮੈਂਡਮੈਂਟ ਐਕਟ, ਤੁਹਾਨੂੰ ਪਤਾ ਜਿਹੜਾ ਕਸ਼ਮੀਰ 'ਚ ਲੱਗਾ ਸੀ, ਉਹਦੇ ਥੱਲੇ ਵੀ ਡਿਸਕ੍ਰਿਮੀਨੇਸ਼ਨ ਕੀਤੀ ਜਾਂਦੀ ਆ। ਤੇ ਇੱਕ ਹੈਗਾ ਨੈਸ਼ਨਲ ਰਜਿਸਟਰ ਆਫ ਸਿਟੀਜ਼ਨਸ। ਉਹ ਨੈਸ਼ਨਲ NIRC। ਰਜਿਸਟਰ ਆਫ ਸਿਟੀਜ਼ਨ ਇਹ ਹੈ ਵੀ ਜਿਹੜੇ ਲੋਕ ਬੰਗਲਾਦੇਸ਼ ਤੋਂ ਅਸਾਮ ਦੇ ਵਿੱਚ 1971 ਤੋਂ ਪਹਿਲਾਂ ਆਏ ਸੀ, ਉਹ ਇਹ ਪ੍ਰੂਫ ਕਰਨ ਕਿ ਅਸਾਮ ਦੇ ਰਹਿਣ ਵਾਲੇ ਨੇ। ਹੁਣ ਜਿਹੜੇ ਲੋਕ ਬੰਗਲਾਦੇਸ਼ ਤੋਂ ਅੱਜ ਤੋਂ ਫਰਜ਼ ਕਰੋ 50-60 ਸਾਲ ਪਹਿਲਾਂ ਆਏ ਸੀ, ਉੱਥੇ ਕਿਹੜੀ ਕੋਈ ਤੁਹਾਨੂੰ ਵਾਟਰ ਬਿੱਲ ਆ ਜਾਂ ਇਲੈਕਟ੍ਰਿਸਿਟੀ ਬਿੱਲ ਆਉਂਦਾ ਵਾ, ਉਹ ਨਹੀਂ ਪ੍ਰੂਵ ਕਰ ਸਕਦੇ ਕਿ ਉਹ 1971 ਤੋਂ ਪਹਿਲਾਂ ਉੱਥੇ ਰਹਿ ਰਹੇ ਨੇ। ਤੇ ਫਿਰ ਉਹ ਕਹਿੰਦੇ ਨੇ ਜੀ ਤੁਸੀਂ ਤੇ ਨਹੀਂ ਦੱਸ ਸਕਦੇ, ਤੁਹਾਡੇ ਕੋਲ ਕੋਈ ਸਬੂਤ ਨਹੀਂ ਹੈਗਾ ਕਿ ਤੁਸੀਂ ਵਾਪਸ ਜਾਓ। ਅੱਛਾ, ਬਾਕੀ ਪੰਜਾਬ ਦੇ ਸਬੰਧ ਦੇ ਵਿੱਚ ਜਗਤਾਰ ਸਿੰਘ ਜੌਲ ਜਿਹੜਾ ਕਿ UK ਦਾ ਸਿਟੀਜ਼ਨ ਆ, ਉਹਨੂੰ 2000 ਲਗਭਗ 18 ਤੋਂ ਜਿਹੜਾ ਵਾ ਉਹਨੂੰ ਜੇਲ੍ਹ 'ਚ ਬੰਦ ਕੀਤਾ ਹੋਇਆ ਵਾ। ਤੇ ਪੰਜਾਬ ਦੀ ਇੱਕ ਡਿਸਟ੍ਰਿਕਟ ਕੋਰਟ ਨੇ ਉਹਨੂੰ ਜਿਹੜਾ ਵਾ ਬਰੀ ਕਰ ਦਿੱਤਾ ਵਾ। ਅੱਛਾ। ਪਰ ਉਹਦੇ ਤੇ ਹੋਰ 8 ਚਾਰਜਸ ਨੇ ਜਿਨ੍ਹਾਂ ਥੱਲੇ ਉਹਨੂੰ ਅਜੇ ਵੀ ਜੇਲ੍ਹ ਵਿੱਚ ਬੰਦ ਕੀਤਾ ਤੇ ਛੱਡਿਆ ਨਹੀਂ ਗਿਆ। ਹੁਣ ਆਪਾਂ ਗੱਲ ਕਰਦੇ ਹਾਂ ਵੀ ਜਿਹੜਾ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम, ਜਿਹਨੂੰ ਯੂਸਰਫ ਵੀ ਕਹਿੰਦੇ ਨੇ, ਵੀ ਉਹਨੇ ਕੀ ਜਿਹੜੀਆਂ ਨੇ ਰਿਕਮੈਂਡੇਸ਼ਨਸ, ਉਹਨਾਂ ਨੇ ਕੀ ਐਡਵਾਈਜ਼ਮੈਂਟ ਭੇਜੀ ਆ US ਗਵਰਨਮੈਂਟ ਨੂੰ। ਹਾਂਜੀ, ਪਹਿਲਾਂ ਤੇ ਉਹ ਕਹਿੰਦੇ ਨੇ ਜੀ ਇਹ ਜਿਹੜਾ ਇੰਡੀਆ ਵਾ ਇਸ ਨੂੰ ਕੰਟਰੀ ਆਫ ਪਾਰਟਿਕੂਲਰ ਕੰਸਰਨ, ਕਿਉਂਕਿ ਧਾਰਮਿਕ ਆਜ਼ਾਦੀ ਦੀ ਲੰਘਣਾ ਬਹੁਤ ਹੋ ਰਹੀ ਆ ਇੰਡੀਆ ਦੇ ਵਿੱਚ। ਤੇ ਉਹ ਕਹਿੰਦੇ ਵੀ ਇੰਡੀਆ ਨੂੰ ਉਸੇ ਗਰੁੱਪ ਵਿੱਚ ਜਿਹੜਾ ਪਾ ਦਿੱਤਾ ਗਿਆ ਵਾ, ਕੰਟਰੀ ਆਫ ਪਾਰਟਿਕੂਲਰ ਕੰਸਰਨ। ਉਹ ਦੇਸ਼ਾਂ ਦੇ ਵਿੱਚ ਇੰਡੀਆ ਆ ਗਿਆ ਵਾ ਜਿਸ ਤਰ੍ਹਾਂ ਕਿ ਈਰਾਨ ਆ, ਰਸ਼ੀਆ ਵਾ, ਚਾਈਨਾ ਵਾ, ਬਰਮਾ ਆ, ਤੇ ਹੋਰ ਜਿਹੜੇ ਕਿ ਜਿਨ੍ਹਾਂ ਦੇਸ਼ਾਂ ਦੇ ਵਿੱਚ ਬਹੁਤ ਜ਼ਿਆਦਾ ਵਾਇਓਲੇਸ਼ਨ ਹੋ ਰਹੀ ਹੈ ਧਾਰਮਿਕ ਆਜ਼ਾਦੀ ਦੇ ਬਾਰੇ ਵਿੱਚ, ਇੰਡੀਆ ਨੂੰ ਉਹਦੇ ਵਿੱਚ ਪਾਤਾ ਵਾ। ਬਾਕੀ ਇਹ ਰਿਕਮੈਂਡੇਸ਼ਨ ਕੀਤੀ ਆ ਕਿ ਅਮਰੀਕਾ ਜਿਹੜਾ ਵਾ ਉਹ ਇੰਡੀਆ ਨੂੰ ਪ੍ਰੈਸ਼ਰ ਪਾਵੇ ਕਿ ਜਿਹੜੀ US ਗਵਰਨਮੈਂਟ ਐਂਟੀਟੀ ਆ, ਜਿਸ ਤਰ੍ਹਾਂ ਯੂਸਫ ਦੀ ਗੱਲ ਕੀਤੀ ਆ, ਇਹਨਾਂ ਦੇ ਜਿਹੜੇ ਬੰਦੇ ਨੇ, ਇਹਨਾਂ ਦੇ ਜਿਹੜੇ ਡੈਲੀਗੇਟਸ ਨੇ, ਉਹ ਇੰਡੀਆ ਜਾਣ ਦੀ ਇਜਾਜ਼ਤ ਉਹਨਾਂ ਨੂੰ ਮਿਲੇ ਤਾਂ ਕਿ ਉਹ ਵੇਖ ਸਕਣ ਕਿ ਕਿਸ ਤਰ੍ਹਾਂ ਧਾਰਮਿਕ ਆਜ਼ਾਦੀ ਲੰਘਣਾ ਹੋ ਰਹੀ ਹੈ। ਇਹਦੇ ਨਾਲ ਕਹਿੰਦੇ ਆ ਵੀ ਯੂਨਾਈਟਿਡ ਸਟੇਟਸ ਡਿਪਾਰਟਮੈਂਟ ਆਫ ਸਟੇਟ, ਇਹਨਾਂ ਦੇ ਲੋਕਾਂ ਨੂੰ ਵੀ ਉੱਥੇ, ਇਹਨਾਂ ਦੇ ਵੀ ਨੁਮਾਇੰਦਿਆਂ ਨੂੰ, ਆਫਿਸਰ ਨੂੰ ਉੱਥੇ ਜਾਣ ਦੀ ਇਜਾਜ਼ਤ ਹੋਣੀ ਚਾਹੀਦੀ ਹੈ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਵਾ ਕਿ ਜਿਹੜੀ ਯੂਸਰਫ ਆ, ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम, ਇਹ ਇੰਡੀਆ ਜਾ ਕੇ ਵੇਖਣਾ ਚਾਹੁੰਦੇ ਨੇ ਵੀ ਕਿਸ ਤਰ੍ਹਾਂ ਧਾਰਮਿਕ ਆਜ਼ਾਦੀ ਜਿਹੜੀ ਆ ਉੱਥੇ ਹਮਲੇ ਹੋ ਰਹੇ ਨੇ, ਪਰ ਇੰਡੀਆ ਉਹਨਾਂ ਨੂੰ ਵੀਜ਼ਾ ਨਹੀਂ ਦਿੰਦਾ। ਸੋ ਇਸ ਕਰਕੇ ਇਹਨਾਂ ਨੇ ਕਿਹਾ ਵੀ ਸਾਨੂੰ ਉੱਥੇ ਜਾਣ ਦੀ ਇਜਾਜ਼ਤ ਹੋਣੀ ਚਾਹੀਦੀ ਹੈ। ਤੀਸਰੀ ਗੱਲ ਇਹ ਕਹਿੰਦੇ ਨੇ ਵੀ ਜਿਸ ਤਰ੍ਹਾਂ ਕਿ ਜਿਹੜੀਆਂ ਆਰਗੇਨਾਈਜੇਸ਼ਨ ਨੇ ਕੁਛ, ਜਿਸ ਤਰ੍ਹਾਂ RSS ਆ ਤੇ ਰਾਵ ਆ, ਜਿਹੜੀ ਕਿ ਇੰਡੀਆ ਦੀ ਰਿਸਰਚ ਐਂਡ ਐਨਾਲਿਸਿਸ ਵਿੰਗ ਆ, ਜਿਹੜੀ ਕਿ ਫਾਰਨ ਦੇਸ਼ਾਂ ਦੇ ਵਿੱਚ ਤੇ ਇੰਡੀਆ ਵਿੱਚ ਵੀ ਜਾਂ ਉੱਥੇ ਇਨਵੈਸਟੀਗੇਸ਼ਨ ਕਰਦੀ ਆ। ਇਹਨਾਂ ਦੇ ਇੰਟੈਲੀਜੈਂਸ ਏਜੰਟਸ ਜਿਹੜੇ ਨੇ ਉਹ ਇਨਫੋਰਮੇਸ਼ਨ ਲੈਂਦੇ ਨੇ, ਜਾਣਕਾਰੀ ਲੈਂਦੇ ਨੇ, ਤੇ ਜਿਹੜੀਆਂ ਜਿਸ ਤਰ੍ਹਾਂ ਕਿ ਸਿੱਖਾਂ ਉੱਤੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਤੇ ਅਸੈਸੀਨੇਸ਼ਨ ਹੋ ਰਹੀਆਂ ਨੇ, ਉਹ ਰਾਹ ਦੇ ਇੰਟੈਲੀਜੈਂਟ ਏਜੰਟ ਜਿਹੜੇ ਨੇ ਉਹਦੇ ਵਿੱਚ ਇਨਵੋਲਵ ਨੇ। ਤੇ ਇਹ ਕਿਹਾ ਗਿਆ ਵੀ ਉਹਨਾਂ ਦੇ ਉੱਤੇ ਜਿਹੜੇ ਕਿ ਇੰਡੀਵਿਜੂਅਲ ਕੰਮ ਕਰਦੇ ਨੇ ਜਾਂ ਜਿਹੜੀਆਂ ਆਰਗੇਨਾਈਜੇਸ਼ਨ ਕੰਮ ਕਰਦੀਆਂ ਨੇ, ਉਹਨਾਂ ਦੀ ਜਿਹੜੀ ਪ੍ਰਾਪਰਟੀ ਆ ਉਹ ਫਰੀਜ਼ ਕੀਤੀ ਜਾਏ। ਉਹਨਾਂ ਦੀ ਪ੍ਰਾਪਰਟੀ ਜਿਹੜੀ ਆ ਉਹਨੂੰ ਮਿਲ ਕੇ ਬਿਲਕੁਲ ਉਹ ਵਰਤ ਨਾ ਸਕਣ। ਇਹ USA ਕਿ ਯਾਨੀ ਕਿ ਜਿਹੜੀ USA ਦੇ ਵਿੱਚ ਪ੍ਰਾਪਰਟੀ ਉਹਨਾਂ ਦੀ ਉਹ ਫਰੀਜ਼ ਕੀਤੀ ਜਾਵੇ, ਜਿਹੜੇ ਐਸੈਟਸ ਨੇ ਉਹਨਾਂ ਦੇ, ਕਿਤੇ ਵੀ ਜੀ, ਕਿਤੇ ਵੀ ਹੋ ਸਕੇ। ਅੱਛਾ, ਕਿਤੇ ਵੀ। ਹਾਂ, ਤੇ ਜਿਹੜੀ ਉਹਨਾਂ ਦੀ ਪ੍ਰਾਪਰਟੀ ਆ ਉਹ ਜਿਹੜੀ ਆ ਦੇ ਸ਼ੁੱਡ ਬੀ ਫਰੀਜ਼ਿੰਗ ਦੋਜ਼ ਇੰਡੀਵਿਜੂਅਲਸ ਔਰ ਐਂਟੀਟੀਜ਼ ਐਸੈਟਸ। ਵੀ ਜਿੱਥੇ ਵੀ ਉਹਨਾਂ ਦੇ ਐਸੈਟ ਨੇ, ਇਹ ਕਲੀਅਰ ਨਹੀਂ ਹੈਗਾ ਵੀ ਉਹਨਾਂ ਦੇ ਐਸੈਟ ਜਿਹੜੇ ਨੇ ਉਹ ਕਿੱਥੇ ਫਰੀਜ਼ ਹੋ ਸਕਦੇ ਨੇ। ਹੁਣ ਅਮਰੀਕਾ 'ਚ ਫਰੀਜ਼ ਕਰ ਸਕਦਾ ਨਾ, ਅਮਰੀਕਾ ਕਰ ਸਕਦਾ। ਅਮਰੀਕਾ ਜਿਹੜਾ ਵਾ ਉਹ ਜਿਹੜੇ ਉਹਨਾਂ ਦੇ ਐਸੈਟਸ ਨੇ ਇੰਡੀਆ 'ਚੋਂ ਨਹੀਂ ਨਾ ਫਰੀਜ਼ ਕਰ ਸਕਦਾ। ਸੋ ਵੀ ਕੈਨ ਸੇ ਦੈਟ ਦੇ ਸੇ ਦੈਟ देयर ਐਸੈਟਸ ਸ਼ੁੱਡ ਬੀ ਫਰੋਜ਼ਨ। ਤੇ ਉਹਨਾਂ ਨੂੰ ਵੀਜ਼ਾ ਨਹੀਂ ਦੇਣਾ ਚਾਹੀਦਾ, ਉਹਨੂੰ ਵੀਜ਼ੇ ਤੇ ਰੋਕ ਲਾਉਣੀ ਚਾਹੀਦੀ ਹੈ, ਵੀਜ਼ਾ ਨਹੀਂ ਮਿਲੇਗਾ, ਬਿਲਕੁਲ ਅਮਰੀਕਾ ਨਾ ਆ ਸਕਣ। ਅੱਛਾ, ਅੱਗੇ ਕਹਿੰਦੇ ਨੇ ਰਿਕਮੈਂਡੇਸ਼ਨ ਆ ਵੀ ਲਿੰਕ ਫਿਊਚਰ US ਸਿਕਿਉਰਿਟੀ ਅਸਿਸਟੈਂਸ ਐਂਡ ਬਾਇਲੈਟਰਲ ਟ੍ਰੇਡ ਪਾਲਿਸੀਜ਼, ਵੀ ਜਿਹੜੀਆਂ ਅਮਰੀਕਾ ਦੀਆਂ ਟ੍ਰੇਡ ਪਾਲਿਸੀਜ਼ ਨੇ ਤੇ ਸਿਕਿਉਰਿਟੀ ਜਿਹੜੀ ਆ ਸ਼ੇਅਰ ਕੀਤੀ ਜਾਂਦੀ ਆ ਜਾਂ ਇਹਨਾਂ ਨੂੰ ਕੋਈ ਟੈਕਨੋਲੋਜੀ ਦਿੱਤੀ ਜਾਂਦੀ ਆ, ਤੇ ਉਹ ਉਸ ਬੇਸਿਸ ਤੇ ਹੋਣੀ ਚਾਹੀਦੀ ਆ ਕਿ ਇੰਡੀਆ ਕੀ ਇੰਪਰੂਵ ਕਰ ਰਿਹਾ ਵਾ, ਕਿ ਧਾਰਮਿਕ ਆਜ਼ਾਦੀ ਦੇ ਵਿੱਚ ਕੋਈ ਤਰੱਕੀ ਕਰ ਰਿਹਾ ਕਿ ਨਹੀਂ ਕਰ ਰਿਹਾ। ਅੱਛਾ, ਫਿਰ ਕਹਿੰਦੇ ਨੇ ਕਿ ਇੱਕ ਹੈਗਾ ਵਾ ਸੈਕਸ਼ਨ 6 ਉਹ ਆਰਮਸ ਐਕਸਪੋਰਟ ਕੰਟਰੋਲ ਐਕਟ।
ਅੱਛਾ। ਆਰਮਸ ਐਕਸਪੋਰਟ ਕੰਟਰੋਲ ਐਕਟ ਆ ਕਿ ਯੂਐਸ ਗਵਰਨਮੈਂਟ ਜਿਹੜੀ ਆ ਉਹ ਵੇਖਦੀ ਆ ਵੀ ਕਿਹਨੂੰ ਹਥਿਆਰ ਵੇਚਣੇ ਕਿਹਨੂੰ ਨਹੀਂ ਵੇਚਣੇ, ਉਹ ਤੇ ਬਿਲਕੁਲ। ਕੰਟਰੋਲ ਕੀਤੇ ਜਾਂਦੇ ਨੇ ਕਿਸ ਤਰ੍ਹਾਂ ਕੀਤਾ ਜਾ ਸਕਦਾ। ਤੇ ਅੰਡਰ ਦੈਟ ਆਰਮਸ ਐਕਸਪੋਰਟ ਕੰਟਰੋਲ ਐਕਟ ਜਿਹੜਾ ਵਾ ਉਹ ਵੀ ਇਸੇ ਤੇ ਹੀ ਬੇਸ ਹੋਣਾ ਚਾਹੀਦਾ ਵੀ ਕਿ ਇੰਡੀਆ ਜਿਹੜਾ ਵਾ ਉਹ ਧਾਰਮਿਕ ਆਜ਼ਾਦੀ ਜਿਹੜੀ ਆ ਉਹਦੀ ਖੁੱਲ੍ਹ ਦਿੰਦਾ ਜਾਂ ਨਹੀਂ ਦਿੰਦਾ। ਹੂੰ। ਤੇ ਇੱਕ ਜਿਹੜਾ ਲਾਸਟ ਆ ਉਹਦੇ 'ਚ ਇਹ ਆ ਵੀ 2024 'ਚ ਇੱਕ ਕਾਨੂੰਨ ਬਣਿਆ ਸੀ, ਉਹਦਾ ਹੂੰ। ਕਾਨੂੰਨ ਦਾ ਨਾਂ ਸੀ ਟਰਾਂਸਨੈਸ਼ਨਲ ਰਿਪਰੈਸ਼ਨ ਰਿਪੋਰਟਿੰਗ ਐਕਟ। ਹੂੰ। ਜਦੋਂ ਕਿ ਤੁਹਾਨੂੰ ਪਤਾ ਕਿ ਗੁਰਪਤਵੰਤ ਸਿੰਘ ਪੰਨੂ ਤੇ ਜਾਨੀ ਹਮਲਾ ਕਰਨ ਦੀ ਜਿਹੜੀ ਸਾਜ਼ਿਸ਼ ਸੀ ਉਹ ਫੜੀ ਗਈ। ਉਸ ਤੋਂ ਇਹਨਾਂ ਨੇ ਫਿਰ ਇੱਕ ਕਾਨੂੰਨ ਪਾਸ ਕੀਤਾ ਜਿਹੜਾ ਕਿ 21 ਸਾਲ ਹੀ ਉਹ ਤੋਂ ਬਾਅਦ ਖਤਮ ਹੋ ਗਿਆ। ਤੇ ਉਹ ਸੀ ਜੀ ਟਰਾਂਸਨੈਸ਼ਨਲ ਰਿਪਰੈਸ਼ਨ ਰਿਪੋਰਟਿੰਗ ਐਕਟ, ਵੀ ਜਿੱਥੇ ਵੀ ਟਰਾਂਸਨੈਸ਼ਨਲ ਰਿਪਰੈਸ਼ਨ ਹੋ ਰਹੀ ਆ ਉਹਦੀ ਰਿਪੋਰਟ ਬਣਾ ਕੇ ਤੇ ਗਵਰਨਮੈਂਟ ਨੂੰ ਦਿੱਤੀ ਜਾਵੇ, ਗਵਰਨਮੈਂਟ ਨੂੰ ਮਰ ਕੇ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਦਿੱਤੀ ਜਾਵੇ। ਹਾਂ। ਤੇ ਉਹ ਜਿਹੜਾ ਸੀ ਉਹ ਦੁਬਾਰਾ ਜਿਹੜਾ ਵਾ ਉਹਨੂੰ ਦੁਬਾਰਾ ਲੈ ਕੇ ਆਂਦਾ ਜਾਵੇ। ਸੋ ਇਹ ਕਾਫੀ ਇਨ ਸਮਰੀ ਇਹ ਕਹਿੰਦੇ ਆ ਵੀ ਇੰਡੀਆ ਸ਼ੁੱਡ ਬੀ ਡਿਕਲੇਅਰ ਦ ਕੰਟਰੀ ਆਫ ਪਾਰਟਿਕੂਲਰ ਕੰਸਰਨ, ਤੇ ਅਮਰੀਕਾ ਇੰਡੀਆ ਤੇ ਦਬਾਅ ਪਾਵੇ ਕਿ ਜੇ ਤੁਸੀਂ ਸਾਡੇ ਨਾਲ ਟ੍ਰੇਡ ਕਰਨਾ ਵਾ ਤੇ ਧਾਰਮਿਕ ਆਜ਼ਾਦੀ ਹੋਣੀ ਚਾਹੀਦੀ ਆ। ਇੰਡੀਵਿਜੂਅਲਸ ਜਾਂ ਜਿਹੜੀ ਐਂਟੀਟੀਜ਼ ਨੇ ਉਹਨਾਂ ਉੱਤੇ ਸੈਂਕਸ਼ਨ ਲਾਈਆਂ ਜਾਣ ਤੇ ਕਾਨੂੰਨ ਜਿਹੜੇ ਨੇ ਉਹ ਜਿਹੜੇ ਜਿਹੜੇ ਕਾਨੂੰਨ ਅੱਗੇ ਬਣ ਚੁੱਕੇ ਉਹਨਾਂ ਨੂੰ ਲਾਗੂ ਕੀਤਾ ਜਾਏ ਤਾਂ ਕਿ ਇੰਡੀਆ ਜਿਹੜਾ ਵਾ ਉਹ ਤੇ ਪ੍ਰੈਸ਼ਰ ਪਾਇਆ ਜਾਵੇ ਕਿ ਧਾਰਮਿਕ ਆਜ਼ਾਦੀ ਜਿਹੜੀ ਆ ਲੋਕਾਂ ਨੂੰ ਘੱਟ ਗਿਣਤੀਆਂ ਵਾਲੇ ਲੋਕ ਜਿਹੜੇ ਜਿਨ੍ਹਾਂ ਦੇ ਧਰਮਾਂ ਤੇ ਹਮਲੇ ਹੋ ਰਹੇ ਨੇ ਉਹ ਬੰਦ ਹੋਣ। ਡਾਕਟਰ ਸਾਹਿਬ ਬਹੁਤ ਮਹੱਤਵਪੂਰਨ ਤੇ ਵਧੀਆ ਤੇ ਇੰਪੋਰਟੈਂਟ ਜਿਹੜੀਆਂ ਆਪਣਾ ਇਹ ਸਿਫਾਰਿਸ਼ਾਤ ਨੇ ਜਾਂ ਰეკਮੈਂਡੇਸ਼ਨਸ ਨੇ। ਹੁਣ ਸਵਾਲ ਖੜਾ ਹੁੰਦਾ ਕਿ ਪ੍ਰੀਵੀਅਸ ਪ੍ਰੈਕਟਿਸ ਕੀ ਹੈ ਤੇ ਜਿਹੜੀ ਕਿ ਕਿਸ ਕਮਿਸ਼ਨ ਦੀ ਜਿਹੜੀ ਰਿਪੋਰਟ ਹੈ ਜਿਹੜੀ ਰეკਮੈਂਡੇਸ਼ਨ ਹੈ ਉਹਨੂੰ ਕਿਆ ਅਮਰੀਕਾ ਜਿਹੜਾ ਆਪਣਾ ਉਹ ਕਿੰਨਾ ਅਮਲ ਕਰਦਾ ਹੈ ਜਾਂ ਕਿੰਨਾ ਉਹ ਅਮਲ ਕਰ ਸਕਦਾ ਹੈ। ਇਹ ਜ਼ਰਾ ਵੱਡਾ ਸਵਾਲ ਹੈ ਤਾਂ ਕਿ ਕਿਉਂਕਿ ਅਮਲ ਹੋਏਗਾ ਤੇ ਫਿਰ ਹੀ ਜਾ ਕੇ ਕਿਸੇ ਨੂੰ ਕੋਈ ਜਿਹੜਾ ਆਪਣਾ ਨਾ ਕੋਈ ਰੋਕ ਲੱਗੇਗੀ ਨਾ। ਰეკਮੈਂਡੇਸ਼ਨਾਂ ਤੇ ਆ ਗਈਆਂ, ਹੁਣ ਅੱਗੇ ਪ੍ਰੈਕਟੀਕਲ ਇਹਦਾ ਜੀ ਵੀ ਸਾਹਿਬ ਬਹੁਤ ਵਧੀਆ ਤੁਸੀਂ ਜਿਹੜਾ ਸਵਾਲ ਪੁੱਛਿਆ ਵਾ। ਹੁਣ ਜਿਹੜੀ ਇਹ ਆਰਗੇਨਾਈਜੇਸ਼ਨ ਹੈ ਯੂਸਰਫ, ਇਹ ਕੋਈ ਲਾਅ ਇਨਫੋਰਸਮੈਂਟ ਏਜੰਸੀ ਨਹੀਂ ਹੈਗੀ। ਬਿਲਕੁਲ। ਇਹ ਤੇ ਸਟੱਡੀ ਕਰਦੀ ਆ ਤੇ ਰਿਪੋਰਟ ਜਿਹੜੀ ਆ ਗਵਰਨਮੈਂਟ ਨੂੰ ਦਿੰਦੀ ਆ। ਅੱਛਾ, ਅੱਗੋਂ ਗਵਰਨਮੈਂਟ ਨੇ ਇਹਨੂੰ ਕਿਸ ਤਰ੍ਹਾਂ ਹੈਂਡਲ ਕਰਨਾ ਵਾ ਉਹ ਗਵਰਨਮੈਂਟ ਦੀ ਮਰਜ਼ੀ ਆ ਜਾਂ ਯੂਐਸ ਡਿਪਾਰਟਮੈਂਟ ਆਫ ਸਟੇਟ ਜਿਹੜਾ ਵਾ। ਹੁਣ ਕਈ ਵਾਰ ਜਿਹੜਾ ਵਾ ਇਹਦੀਆਂ ਸਾਰੀਆਂ ਰਿਕਮੈਂਡੇਸ਼ਨ ਨਹੀਂ ਮੰਨੀਆਂ ਜਾਂਦੀਆਂ ਕਿਉਂਕਿ ਜਿਹੜੀ ਗਵਰਨਮੈਂਟ ਹੈ ਜਾਂ ਟਰੰਪ ਐਡਮਿਨਿਸਟ੍ਰੇਸ਼ਨ ਆ ਜਾਂ ਡਿਪਾਰਟਮੈਂਟ ਆਫ ਸਟੇਟ ਆ ਉਹ ਵੇਖਦੇ ਨੇ ਵੀ ਸਾਡਾ ਕੰਟਰੀ ਨਾਲ ਰਿਲੇਸ਼ਨਸ਼ਿਪ ਕਿਹੋ ਜਿਹਾ ਵਾ, ਕਿ ਰਿਲੇਸ਼ਨ ਖਰਾਬ ਤਾਂ ਨਹੀਂ ਹੋ ਜਾਏਗਾ। ਇਸ ਕਰਕੇ ਸਾਰੀਆਂ ਗੱਲਾਂ ਜਿਹੜੀਆਂ ਇਨਫੋਰਸ ਨਹੀਂ ਕੀਤੀਆਂ ਜਾਂਦੀਆਂ। ਜਿਸ ਤਰ੍ਹਾਂ ਕਿ ਜਦੋਂ ਕਿ ਬਾਈਡਨ ਦੀ ਗਵਰਨਮੈਂਟ ਸੀ ਤੇ ਉਦੋਂ ਵੀ ਕਿਹਾ ਗਿਆ ਸੀ ਕਿ ਇਹ ਕੰਟਰੀ ਆਫ ਪਾਰਟਿਕੂਲਰ ਕੰਸਰਨ ਜਿਹੜਾ ਵਾ ਇੰਡੀਆ ਨੂੰ ਡਿਕਲੇਅਰ ਕੀਤਾ ਜਾਵੇ। ਪਰ ਬਾਈਡਨ ਗਵਰਨਮੈਂਟ ਨੇ ਬੜੀ ਕੋਸ਼ਿਸ਼ ਕੀਤੀ ਵੀ ਇੰਡੀਆ ਦੇ ਨਾਲ ਵਧੀਆ ਰਿਲੇਸ਼ਨ ਬਣ ਤਾਂ ਕਿ ਇਹਨਾਂ ਦੀ ਟ੍ਰੇਡ ਜਿਹੜੀ ਚੱਲਦੀ ਰਹੇ। ਪਰ ਇੰਡੀਆ ਨੇ ਬਾਈਡਨ ਗਵਰਨਮੈਂਟ ਦੀ ਇੱਕ ਗੱਲ ਨਹੀਂ ਸੁਣੀ। ਇੱਥੋਂ ਤੱਕ ਵੀ ਕਿ ਬਾਈਡਨ ਗਵਰਨਮੈਂਟ ਨੇ ਕਿਹਾ ਸੀ ਕਿ ਗੁਰਪ੍ਰੀਤ ਸਿੰਘ ਪੰਨੂ ਦੀ ਜਿਹੜੀ ਕਿ ਫਾਲਡ ਅਸੈਸੀਨੇਸ਼ਨ ਅਟੈਂਪਟ ਸੀ, ਜਿਹੜੀ ਮਾਰਨ ਦੀ ਸਾਜ਼ਿਸ਼ ਸੀ ਜਿਹੜੀ ਸੀ ਕਿ ਰੋਕ ਦਿੱਤੀ ਗਈ। ਤੇ ਉਹਦੇ ਵਿੱਚ ਜਿਹੜਾ ਜੇ ਸਾਰੇ ਬੰਦੇ ਜਿਹੜੇ ਇਨਵੋਲਵ ਨੇ ਵੀ ਬਾਈਡਨ ਗਵਰਨਮੈਂਟ ਕਹਿੰਦੀ ਸਾਨੂੰ ਉਹਨਾਂ ਦੇ ਨਾਂ ਦੱਸੋ ਤੇ ਸਾਨੂੰ ਤੁਸੀਂ ਉਹ ਬੰਦੇ ਦਿਓ। ਪਰ ਇੰਡੀਅਨ ਗਵਰਨਮੈਂਟ ਨੇ ਕਿਹਾ ਜੀ ਨਹੀਂ ਸਾਡੇ ਕੋਲ ਤਾਂ ਹੈ ਨਹੀਂ। ਪਹਿਲਾਂ ਕਹਿੰਦੇ ਹੈ ਹੀ ਨਹੀਂਗਾ ਕੋਈ, ਫਿਰ ਕਹਿੰਦੇ ਨੇ ਵੀ ਅਸੀਂ ਇੱਕ ਹਾਈ ਲੈਵਲ ਕਮਿਸ਼ਨ ਬਣਾਇਆ ਹੋਇਆ ਤੇ ਉਹਦੀ ਕੋਈ ਰਿਪੋਰਟ ਨਹੀਂ ਆਈ। ਪਰ ਜਿਹੜੀ ਇੱਥੋਂ ਦੀ ਜਿਹੜੀ ਕਿ ਐਡਮਿਨਿਸਟ੍ਰੇਸ਼ਨ ਆ ਡਿਪਾਰਟਮੈਂਟ ਆਫ ਜਸਟਿਸ ਆ ਉਹਨਾਂ ਨੂੰ ਪਤਾ ਵਾ ਵੀ ਕਿਹੜੇ ਬੰਦੇ ਜਿਹੜੇ ਨੇ ਇਨਵੋਲਵ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਵਿੱਚ, ਟਰਾਂਸਨੈਸ਼ਨਲ ਅਸੈਸੀਨੇਸ਼ਨ ਦੇ ਵਿੱਚ ਸਾਰੇ ਬੰਦੇ ਇਨਵੋਲਵ ਨੇ। ਅਮਰੀਕਾ ਗਵਰਨਮੈਂਟ ਨੂੰ ਪਤਾ ਵਾ। ਪਰ ਜਿਹੜੀ ਬਾਈਡਨ ਗਵਰਨਮੈਂਟ ਨੂੰ ਇਹਨਾਂ ਨੇ ਇੰਡੀਆ ਨੇ ਕੋਈ ਵੀ ਇਨਫੋਰਮੇਸ਼ਨ ਜਿਹੜੀ ਆ ਉਹ ਨਹੀਂ ਦਿੱਤੀ। ਪਰ ਹੁਣ ਜਿਹੜਾ ਟਰੰਪ ਆ ਗਿਆ ਹੁਣ ਸਭ ਕੁਝ ਜਿਹੜਾ ਉਹ ਬਦਲ ਗਿਆ ਵਾ। ਹੁਣ ਇੰਡੀਆ ਤੇ ਅਮਰੀਕਾ ਦੇ ਰਿਲੇਸ਼ਨ ਜਿਹੜੇ ਨੇ ਬੜੇ ਕਿ ਮਤਲਬ ਕਿ ਡਾਵਾਂਡੋਲ ਨੇ। ਤੁਸੀਂ ਇਹਦੇ ਇਸੇ ਰਿਪੋਰਟ ਦੇ ਵਿੱਚ ਇੱਕ ਰეკਮੈਂਡੇਸ਼ਨ ਹੈ, ਆਖਰੀ ਗੱਲ ਤੁਹਾਨੂੰ ਮੈਂ ਪੁੱਛਾਂਗਾ, ਟਰਾਂਸਨੈਸ਼ਨਲ ਰਿਪਰੈਸ਼ਨ ਦੀ ਰਿਪੋਰਟਿੰਗ ਦਾ ਕਾਨੂੰਨ ਤੁਸੀਂ ਕਿਹਾ ਬਣਿਆ ਵੀ ਸੀ, ਬਣਾਉਣ ਦੀ ਵੀ ਕੋਸ਼ਿਸ਼ ਕੀਤੀ ਹੈ ਤੇ ਕੈਲੀਫੋਰਨੀਆ ਦੇ ਵਿੱਚ ਵੀ ਇੱਕ ਅਟੈਂਪਟ ਹੋਈ ਸੀ। ਕਿੰਨਾ ਜ਼ਰੂਰੀ ਹੈਗਾ ਕਿ ਟਰਾਂਸਨੈਸ਼ਨਲ ਰਿਪਰੈਸ਼ਨ ਰਿਪੋਰਟਿੰਗ ਦਾ ਇੱਕ ਜਿਹੜਾ ਕਾਨੂੰਨ ਬਣੇ, ਉਹਦੇ ਥੱਲੇ ਜਿਹੜੀ ਇੱਕ ਅਥਾਰਟੀ ਬਣੇ ਜਾਂ ਕਮ ਸੇ ਕਮ ਇਸ ਤਰ੍ਹਾਂ ਦੀ ਇੱਕ ਬੋਡੀ ਬਣੇ ਜਿਹੜੀ ਫੌਰੀ ਤੌਰ ਦੇ ਉੱਤੇ ਜਿਹੜਾ ਰਿਪੋਰਟਿੰਗ ਹੋਵੇ ਤੇ ਉਹਦਾ ਜਿਹੜਾ ਸੀ ਆਪਣਾ ਉਹ ਹੱਲ ਕੱਢੇ ਕੋਈ, ਤਾਂ ਕਿ ਲੋਕ ਜਿਹੜੇ ਆਪਣੇ ਨੇ ਉਹ ਚੌਧਰੀ ਸਾਹਿਬ ਕਿਉਂਕਿ ਜੇ ਗਵਰਨਮੈਂਟ ਨੂੰ ਸਾਰੀਆਂ ਗੱਲਾਂ ਦਾ ਨਹੀਂ ਪਤਾ ਵੀ ਜੇ ਇਹ ਜਿਹੜੀ ਫਿਜ਼ੀਕਲ ਜਿਹੜੀ ਏਜੰਸੀ ਆ ਜਿਹਦਾ ਕੰਮ ਹੀ ਇਹੋ ਆ ਕਿ ਟਰਾਂਸਨੈਸ਼ਨਲ ਰਿਪਰੈਸ਼ਨ ਹੋ ਰਹੀ ਆ ਤੇ ਗਵਰਨਮੈਂਟ ਨੂੰ ਕਿਸ ਤਰ੍ਹਾਂ ਪਤਾ ਲੱਗੇਗਾ? ਦੇ ਡੋਨਟ ਨੋ ਐਵਰੀਥਿੰਗ। ਸੋ ਉਹਨੂੰ ਦੱਸਿਆ ਜਾਵੇ ਤੇ ਉਹਦੇ ਨਾਲ ਜਿਹੜਾ ਵਾ ਜੇ ਫਿਰ ਕੋ ਬਾਈਡਨ ਨਹੀਂ ਜਿਹੜੇ ਕਿ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੂੰ ਪਤਾ ਹੋਏਗਾ ਵੀ ਕਿਸ ਤਰ੍ਹਾਂ ਜਿਹੜੀ ਆ ਟਰਾਂਸਨੈਸ਼ਨਲ ਅਸੈਸੀਨੇਸ਼ਨ ਰਿਪਰੈਸ਼ਨ ਹੋ ਰਹੀ ਆ ਐਂਡ ਦੇ ਵਿਲ ਟੇਕ ਐਕਸ਼ਨ। ਸੋ ਇਹ ਬਹੁਤ ਜ਼ਿਆਦਾ ਜ਼ਰੂਰੀ ਆ। ਜਿਹੜੀ ਤੁਸੀਂ ਕੈਲੀਫੋਰਨੀਆ ਦੀ ਗੱਲ ਕੀਤੀ ਆ, ਜਿਹੜੇ ਕੈਲੀਫੋਰਨੀਆ ਦਾ ਇੱਕ ਬਿੱਲ ਸੀ ਜਿਹੜਾ ਕਿ
ਜਿਹੜਾ ਕਿ FBI ਆ, ਹੂੰ ਉਹਨਾਂ ਦੇ ਜਿਹੜੇ ਆਫੀਸਰਸ ਨੇ ਉਹਨਾਂ ਨੂੰ ਐਜੂਕੇਸ਼ਨ ਦਿੱਤੀ ਜਾਵੇ ਕਿ ਹਾਂ ਟ੍ਰਾਂਸਨੈਸ਼ਨਲ ਡਿਪਰੈਸ਼ਨ ਕਿਸ ਤਰ੍ਹਾਂ ਤੁਸੀਂ ਡਿਟੈਕਟ ਕਰਨੀ ਆ ਤੇ ਕਿਸ ਤਰ੍ਹਾਂ ਰਿਪੋਰਟ ਕਰਨੀ ਆ। ਉਹ ਸਿਰਫ ਉਹਨਾਂ ਨੂੰ ਟ੍ਰੇਨਿੰਗ ਦੇਣੀ ਸੀ। ਅੱਛਾ ਪਰ ਉਹ ਭਾਰਤੀ ਲੌਬੀ ਨੇ, ਇੰਡੀਅਨ ਲੌਬੀ ਨੇ ਉਹ ਬਿੱਲ ਜਿਹੜਾ ਵਾ ਪਾਸ ਹੋਇਆ ਸੀ, ਪਰ ਗਵਰਨਰ ਦੇ ਸਾਈਨ ਨਹੀਂ ਹੋਏ, ਇਸ ਕਰਕੇ ਉਹ ਜਿਹੜਾ ਸੀ ਉਹਦਾ ਕੋਈ ਮਤਲਬ ਕਿ ਉਹ ਪਾਸ ਨਹੀਂ ਹੋ ਸਕਿਆ ਫਾਈਨਲੀ। ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ। ਤੇ ਬਿਲਕੁਲ ਇਸ ਤਰ੍ਹਾਂ ਦੇ ਕਾਨੂੰਨਾਂ ਦੀ ਲੋੜ ਹੈਗੀ ਏ। ਯੂਕੇ ਦੇ ਵਿੱਚ ਵੀ ਇਹ ਕੋਸ਼ਿਸ਼ ਕੀਤੀ, ਉੱਥੇ ਵੀ ਸਿਫਾਰਿਸ਼ਾਂ ਗਈਆਂ, ਉੱਥੇ ਵੀ ਤੱਕ ਇਹ ਕਾਨੂੰਨ ਨਹੀਂ ਬਣਿਆ। ਤੇ ਅਮਰੀਕਾ ਦੇ ਵਿੱਚ ਵੀ ਕੋਸ਼ਿਸ਼ ਜਾਰੀ ਹੈ ਤਾਂ ਕਿ ਘੱਟ ਗਿਣਤੀਆਂ ਦੇ ਲੋਕ ਜਿਹੜੇ ਨੇ ਉਹ ਸੁਰੱਖਿਅਤ ਰਹਿਣ। ਇਹ 'ਚ ਅਮਰੀਕਾ ਦਾ ਵੀ ਫਾਇਦਾ ਹੈ ਤਾਂ ਕਿ ਇਸ ਤਰ੍ਹਾਂ ਦੇ ਜਿਹੜਾ ਗੁਰਪਤਵੰਤ ਸਿੰਘ ਪੰਨੂ ਹੋਰਾਂ ਦੀ ਜਿਹੜੀ ਅਟੈਂਪਟ ਹੋਈ, ਇਸ ਤਰ੍ਹਾਂ ਦੀ ਚੀਜ਼ਾਂ ਨਾ ਹੋਣ। ਬਹੁਤ ਬਹੁਤ ਧੰਨਵਾਦ ਤੇ ਬਹੁਤ ਚੜ੍ਹਦੀ ਕਲਾ। ਬਹੁਤ ਧੰਨਵਾਦ ਚੌਧਰੀ ਸਾਹਿਬ, ਤੁਹਾਡੇ ਦਰਸ਼ਕਾਂ ਦਾ ਵੀ ਬਹੁਤ ਧੰਨਵਾਦ, ਸੁਣਨ ਵਾਲਿਆਂ ਦਾ ਵੀ ਥੈਂਕ ਯੂ ਜੀ।